ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਜੀ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਨਜ਼ਰ ਪਾਉਂਦੇ ਹਾਂ ਖਾਸ ਖਬਰਾਂ ਤੇ। US F4 ਵੀਜ਼ਾ ਕੈਟਾਗਰੀ ਦੀ ਉਡੀਕ ਵਿੱਚ ਬੈਠੇ ਲੋਕਾਂ ਨੂੰ ਮਿਲੀ ਕੁਝ ਰਾਹਤ। US ਗ੍ਰੀਨ ਕਾਰਡ ਬੈਕਲੌਗ ਭਾਰਤੀਆਂ ਲਈ ਉਡੀਕ ਸਮਾਂ 134 ਸਾਲਾਂ ਤੱਕ ਪੁੱਜਾ। 10.7 ਲੱਖ ਭਾਰਤੀ ਕਰ ਰਹੇ ਨੇ ਪ੍ਰੋਸੈਸਿੰਗ ਦੀ ਉਡੀਕ। 4 ਲੱਖ ਤੋਂ ਵੱਧ ਗ੍ਰੀਨ ਕਾਰਡ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਦੁਨੀਆ ਤੋਂ ਹੋ ਜਾਣਗੇ ਰੁਖਸਤ। ਰਿਪੋਰਟ ਹੈ ਜੀ। ਭਾਰਤੀ ਪੇਸ਼ੇਵਰਾਂ ਲਈ ਚੰਗੀ ਖਬਰ ਹੈ। ਇੰਡੋਨੇਸ਼ੀਆ ਨੇ ਸ਼ੁਰੂ ਕੀਤੀ ਹੈ ਗੋਲਡਨ ਵੀਜ਼ਾ ਸਕੀਮ। ਅਮਰੀਕਾ 'ਚ ਕੋਰੋਨਾ ਦਾ ਕਹਿਰ ਹੈ। 10,000 ਕੇਸਾਂ ਨੇ ਵਧਾਈ ਚਿੰਤਾ। 10 ਲੱਖ ਲੋਕਾਂ ਨੇ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਨਹੀਂ ਛੱਡਿਆ ਕੈਨੇਡਾ। ਕੈਨੇਡਾ 'ਚ 24 ਘੰਟਿਆਂ ਦੇ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। US ਡਿਪਾਰਟਮੈਂਟ ਆਫ ਸਟੇਟ ਦੇ ਨੈਸ਼ਨਲ ਵੀਜ਼ਾ ਸੈਂਟਰ ਇਮੀਗ੍ਰੇਸ਼ਨ ਦੇ ਵੀਜ਼ਾ F4 ਕੈਟਾਗਰੀ ਬੈਕਲੌਗ ਵਿੱਚ 3.6% ਦੀ ਕਮੀ ਵੇਖੀ ਗਈ, ਜਿਸ ਨਾਲ F4 ਕੈਟਾਗਰੀ ਦੀ ਉਡੀਕ ਵਿੱਚ ਬੈਠੇ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਹੈ। ਜੂਨ ਵਿੱਚ 3,51,881 ਅਰਜ਼ੀਆਂ ਕਲੀਅਰ ਕੀਤੀਆਂ ਗਈਆਂ, ਜਦਕਿ ਜੁਲਾਈ ਦੇ ਵਿੱਚ ਇਹ ਵੱਧ ਕੇ ਇਹਨਾਂ ਅਰਜ਼ੀਆਂ ਦੀ ਗਿਣਤੀ 3,39,081 ਹੋ ਗਈ, ਜੋ ਕਿ ਇੱਕ ਸ਼ੁਭ ਸੰਕੇਤ ਹੈ। ਗ੍ਰੀਨ ਕਾਰਡ ਬਿਨੇਕਾਰਾਂ ਦੀ ਗਿਣਤੀ, ਜਿਨ੍ਹਾਂ ਦੇ ਕੇਸ ਦਸਤਾਵੇਜ਼ੀ ਤੌਰ ਤੇ ਪੂਰੇ ਸਨ ਅਤੇ ਇੰਟਰਵਿਊ ਲਈ ਤੈਅ ਕੀਤੇ ਜਾਣ ਦੇ ਲਈ ਤਿਆਰ ਸਨ, ਥੋੜਾ ਘਟਿਆ ਹੈ। ਜੂਨ ਵਿੱਚ 3,88,397 ਤੋਂ ਜੁਲਾਈ ਵਿੱਚ 3,78,475। ਇੱਕ ਕੇਸ ਜਿਸ ਨੂੰ ਦਸਤਾਵੇਜ਼ੀ ਤੌਰ ਤੇ ਸੰਪੂਰਨ ਮੰਨਿਆ ਜਾਂਦਾ ਹੈ, ਇੱਕ ਅਜਿਹਾ ਕੇਸ ਹੈ ਜਿਸ ਵਿੱਚ ਸਾਰੇ ਲੋੜੀਂਦੇ ਫਾਰਮ ਅਤੇ ਦਸਤਾਵੇਜ਼ਾਂ ਨੂੰ NVC ਦੁਆਰਾ ਜਮ੍ਹਾਂ ਅਤੇ ਸਵੀਕਾਰ ਕਰ ਲਿਆ ਗਿਆ ਹੈ ਅਤੇ ਇਸ ਲਈ ਕੇਸ ਇੰਟਰਵਿਊ ਦੀ ਸਮਾਂ ਸਾਰਣੀ ਲਈ ਤਿਆਰ ਹੈ। ਕੇਸਾਂ ਦੀ ਗਿਣਤੀ ਵਿੱਚ ਘੱਟ ਤੋਂ ਘੱਟ ਕਮੀ ਦੇ ਬਾਵਜੂਦ ਗ੍ਰੀਨ ਕਾਰਡ ਇੰਟਰਵਿਊਜ਼ ਲਈ ਨਿਯਤ ਕੀਤੇ ਗਏ ਲੋਕਾਂ ਦੀ ਗਿਣਤੀ 'ਚ ਇੱਕ ਮੱਧਮ 7.7% ਵਾਧਾ ਦੇਖਿਆ ਗਿਆ। ਜੂਨ ਵਿੱਚ 36,576 ਇੰਟਰਵਿਊਜ਼ ਦੇ ਮੁਕਾਬਲੇ ਜੁਲਾਈ ਵਿੱਚ 39,394 ਇੰਟਰਵਿਊਜ਼ ਹੋਈਆਂ। ਅਮਰੀਕਾ ਵਿੱਚ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਬੈਕਲੌਗ ਖਾਸ ਤੌਰ ਤੇ ਭਾਰਤੀਆਂ ਲਈ 134 ਸਾਲਾਂ ਦੇ ਇੰਤਜ਼ਾਰ ਦੇ ਸਮੇਂ ਦੇ ਨਾਲ ਚਿੰਤਾਜਨਕ ਅਨੁਪਾਤ ਤੱਕ ਪਹੁੰਚ ਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ ਕੈਟੋ ਇੰਸਟੀਚਿਊਟ ਦੇ ਇਮੀਗ੍ਰੇਸ਼ਨ ਅਧਿਐਨ ਦੇ ਐਸੋਸੀਏਟ ਡਾਇਰੈਕਟਰ ਡੇਵਿਡ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਵਿੱਚ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਬੈਕਲੌਗ ਖਾਸ ਕਰਕੇ ਭਾਰਤੀਆਂ ਲਈ ਚਿੰਤਾਜਨਕ ਅਨੁਪਾਤ ਤੱਕ ਪਹੁੰਚ ਗਿਆ ਹੈ। ਵਰਤਮਾਨ ਵਿੱਚ ਅੰਦਾਜ਼ਨ 134 ਸਾਲ ਦੇ ਉਡੀਕ ਸਮੇਂ ਦੇ ਨਾਲ 10,07,000 ਭਾਰਤੀ ਬੈਕਲੌਗ ਵਿੱਚ ਫਸੇ ਹੋਏ ਸੀ, ਜੋ EB2 ਅਤੇ EB3 ਸ਼੍ਰੇਣੀਆਂ ਵਿੱਚ ਪ੍ਰੋਸੈਸਿੰਗ ਦੀ ਉਡੀਕ ਕਰ ਰਹੇ ਹਨ। ਇਸ ਸਾਲ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਬੈਕਲੌਗ 1.8 ਮਿਲੀਅਨ ਕੇਸਾਂ ਦੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਹੈ, ਜਿਸ ਨਾਲ ਉਹਨਾਂ ਨੇ 1,34,000 ਭਾਰਤੀ ਬੱਚਿਆਂ ਦਾ ਭਵਿੱਖ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਦੇ ਗ੍ਰੀਨ ਕਾਰਡ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਉਮਰ ਖਤਮ ਹੋ ਸਕਦੀ ਹੈ। EB-2 ਅਤੇ EB-3 ਸ਼੍ਰੇਣੀਆਂ ਵਿੱਚ ਨਵੇਂ ਭਾਰਤੀ ਬਿਨੇਕਾਰਾਂ ਲਈ ਇਹ ਬੈਕਲੌਗ ਜ਼ਰੂਰੀ ਤੌਰ ਤੇ ਉਮਰ ਕੈਦ ਦੀ ਸਜ਼ਾ ਹੈ। ਰਿਪੋਰਟ ਦਰਸਾਉਂਦੀ ਹੈ ਕਿ ਲਗਭਗ 4,24,000 ਬਿਨੇਕਾਰਾਂ ਦੀ ਉਡੀਕ ਕਰਦੇ ਸਮੇਂ ਮੌਤ ਹੋ ਸਕਦੀ ਹੈ। ਬੀਅਰ ਨੇ ਹਵਾਲਾ ਦਿੱਤਾ, ਬੈਕਲੌਗ ਵਿੱਚ ਭਾਰਤੀਆਂ ਦੇ 1.1 ਮਿਲੀਅਨ ਕੇਸ ਟੁੱਟੇ ਹੋਏ ਸਿਸਟਮ ਦਾ ਜ਼ਿਆਦਾਤਰ ਬੋਝ ਚੱਲਦੇ ਨੇ। ਭਾਰਤ ਦੇ ਨਵੇਂ ਬਿਨੇਕਾਰਾਂ ਨੂੰ ਜੀਵਨ ਭਰ ਉਡੀਕ ਕਰਨੀ ਪਏਗੀ ਅਤੇ 4 ਲੱਖ ਤੋਂ ਵੱਧ ਗ੍ਰੀਨ ਕਾਰਡ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਮਰ ਜਾਣਗੇ। ਰਿਪੋਰਟ ਦੇ ਵਿੱਚ ਇਹ ਵੀ ਹਵਾਲਾ ਦਿੱਤਾ ਗਿਆ ਹੈ ਕਿ ਬੈਕਲੌਗ ਦਾ ਅੱਧਾ ਹਿੱਸਾ ਉੱਨਤ ਡਿਗਰੀਆਂ ਵਾਲੇ ਅਮਰੀਕੀ ਕਾਰੋਬਾਰਾਂ ਦੇ ਕਰਮਚਾਰੀਆਂ ਲਈ EB2 ਸ਼੍ਰੇਣੀ ਵਿੱਚ ਹੈ। ਹੋਰ 19% ਘੱਟੋ ਘੱਟ ਬੈਚਲਰ ਡਿਗਰੀ ਵਾਲੇ ਕਰਮਚਾਰੀਆਂ ਲਈ EB3 ਸ਼੍ਰੇਣੀ ਵਿੱਚ ਨੇ। ਜਦੋਂ H4 ਵੀਜ਼ਾ ਤੇ ਨਿਰਭਰ ਬੱਚੇ 21 ਸਾਲ ਦੀ ਉਮਰ ਤੱਕ ਪਹੁੰਚ ਜਾਂਦੇ ਨੇ ਤਾਂ ਉਹ ਆਪਣੀ ਵੀਜ਼ਾ ਸਥਿਤੀ ਲਈ ਯੋਗਤਾ ਗਵਾ ਦਿੰਦੇ ਨੇ, ਜਿਨ੍ਹਾਂ ਨੂੰ ਅਕਸਰ ਡਾਕੂਮੈਂਟਡ ਡ੍ਰੀਮਰਸ ਕਿਹਾ ਜਾਂਦਾ ਹੈ। ਇਸ ਨੂੰ ਹੱਲ ਕਰਨ ਦੇ ਲਈ ਕੁਝ F1 ਵਿਦਿਆਰਥੀ ਵੀਜ਼ਾ ਲੈਂਦੇ ਨੇ, ਪਰ ਸੀਮਿਤ ਕੰਮ ਦੇ ਮੌਕੇ ਅਤੇ ਵੱਧ ਫੀਸਾਂ ਵਰਗੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਨੇ। ਆਖਰੀ ਉਪਾਅ ਦੇ ਤੌਰ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਵੱਡਾ ਹੋਣ ਅਤੇ ਮਜ਼ਬੂਤ ਸੰਬੰਧਾਂ ਦੀ ਘਾਟ ਦੇ ਬਾਵਜੂਦ ਕੁਝ ਨੂੰ ਆਪਣੇ ਦੇਸ਼ ਵਿੱਚ ਸਵੈ ਡਿਪੋਰਟ ਕਰਨ ਦੇ ਮੁਸ਼ਕਲ ਫੈਸਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੰਡੋਨੇਸ਼ੀਆ ਆਪਣੀ ਰਾਸ਼ਟਰੀ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਦੇ ਲਈ ਵਿਦੇਸ਼ੀ ਵਿਅਕਤੀਗਤ ਅਤੇ ਕਾਰਪੋਰੇਟ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਇੱਕ 골ਡਨ ਵੀਜ਼ਾ ਸਕੀਮ ਲਿਆ ਰਿਹਾ ਹੈ। ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰਾਲਾ ਦੇ ਇੱਕ ਬਿਆਨ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ। ਇਮੀਗ੍ਰੇਸ਼ਨ ਦੇ ਡਾਇਰੈਕਟਰ ਜਨਰਲ ਸਿਲਮੀ ਨੇ ਕਿਹਾ ਕਿ 골ਡਨ ਵੀਜ਼ਾ 5 ਤੋਂ 10 ਸਾਲਾਂ ਦੀ ਮਿਆਦ ਦੇ ਲਈ ਨਿਵਾਸ ਆਗਿਆ ਪ੍ਰਦਾਨ ਕਰਦਾ ਹੈ। 5 ਸਾਲਾਂ ਦੇ ਵੀਜ਼ਾ ਲਈ ਵਿਅਕਤੀਗਤ ਨਿਵੇਸ਼ਕਾਂ ਨੂੰ $2.5 ਮਿਲੀਅਨ ਦੀ ਕੰਪਨੀ ਸਥਾਪਿਤ ਕਰਨ ਦੀ ਲੋੜ ਹੁੰਦੀ ਹੈ, ਜਦੋਂ ਕਿ 10 ਸਾਲਾਂ ਦੇ ਵੀਜ਼ਾ ਲਈ $5 ਮਿਲੀਅਨ ਨਿਵੇਸ਼ ਦੀ ਲੋੜ ਹੁੰਦੀ ਹੈ। ਦੱਸਦੀ ਕਿ ਅਮਰੀਕਾ, ਆਇਰਲੈਂਡ, ਨਿਊਜ਼ੀਲੈਂਡ ਅਤੇ ਸਪੇਨ ਸਮੇਤ ਦੁਨੀਆ ਭਰ ਦੇ ਹੋਰ ਦੇਸ਼ਾਂ ਨੇ ਪੂੰਜੀ ਅਤੇ ਉਦਮੀ ਨਿਵਾਸੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਨਿਵੇਸ਼ਕਾਂ ਲਈ ਸਮਾਨ ਸੁਨਹਿਰੀ ਵੀਜ਼ੇ ਪੇਸ਼ ਕੀਤੇ ਹਨ। ਇਸ ਦੌਰਾਨ ਕਾਰਪੋਰੇਟ ਨਿਵੇਸ਼ਕਾਂ ਨੂੰ ਡਾਇਰੈਕਟਰਾਂ ਅਤੇ ਕਮਿਸ਼ਨਰਾਂ ਦੇ ਲਈ 5 ਸਾਲ ਦਾ ਵੀਜ਼ਾ ਪ੍ਰਾਪਤ ਕਰਨ ਦੇ ਲਈ $25 ਮਿਲੀਅਨ ਦਾ ਨਿਵੇਸ਼ ਕਰਨ ਦੀ ਲੋੜ ਹੋਏਗੀ। ਉੱਥੇ 10 ਸਾਲ ਦਾ ਵੀਜ਼ਾ ਹਾਸਲ ਕਰਨ ਦੇ ਲਈ ਦੁੱਗਣਾ ਯਾਨੀ $50 ਮਿਲੀਅਨ ਦਾ ਨਿਵੇਸ਼ ਕਰਨ ਦੀ ਲੋੜ ਹੋਏਗੀ। ਇਹ ਜਾਣਕਾਰੀ ਇੱਕ ਨਿੱਜੀ ਅਖਬਾਰ 'ਚੋਂ ਸਾਂਝੀ ਕੀਤੀ ਗਈ ਹੈ। ਇੱਕ ਵਾਰ ਫਿਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਕੋਰੋਨਾ ਤੋਂ ਬਾਅਦ ਹੁਣ ਉਸ ਦਾ ਨਵਾਂ ਵੈਰੀਐਂਟ ਪਿਰੋਲਾ ਨੇ ਕਹਿਰ ਮਚਾਇਆ ਹੈ। ਦੱਸ ਦਈਏ ਕਿ ਇਸ ਵੈਰੀਐਂਟ ਦੇ ਅਮਰੀਕਾ 'ਚ 10,000 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਨੇ ਤੇ 21 ਮੌਤਾਂ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਅਮਰੀਕਾ, ਦੱਖਣੀ ਅਫਰੀਕਾ ਤੇ ਇਜ਼ਰਾਈਲ ਵਰਗੇ ਦੇਸ਼ਾਂ 'ਚ ਇਹ ਵੈਰੀਐਂਟ ਤੇਜ਼ੀ ਨਾਲ ਵੱਧ ਰਿਹਾ ਹੈ। ਇੱਕ ਹਫ਼ਤੇ 'ਚ 10,000 ਕੇਸ ਆਏ ਤੇ ਮੌਤਾਂ ਦੇ ਮਾਮਲੇ 'ਚ 21% ਵਾਧਾ ਹੋਇਆ। ਦੱਸਣਯੋਗ ਹੈ ਕਿ ਇਹ ਓਮਾਈਕਰੋਨ ਦਾ ਹੀ ਨਵਾਂ ਰੂਪ ਹੈ ਜੋ ਕਿ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਕੋਰੋਨਾ ਦੇ ਇਸ ਨਵੇਂ ਵੈਰੀਐਂਟ ਕਾਰਨ ਹੋ ਸਕਦਾ ਹੈ ਕਿ ਮੁੜ ਮਾਸਕ ਲਾਗੂ ਹੋ ਜਾਣ, ਜਿਵੇਂ ਪਹਿਲਾਂ ਜਨਤਕ ਥਾਵਾਂ ਤੇ ਮਾਸਕ ਤੇ ਸੈਨੀਟਾਈਜ਼ਰ, ਫੁੱਟ ਦੀ ਦੂਰੀ ਲਾਜ਼ਮੀ ਕੀਤੀ ਗਈ ਸੀ। ਕੈਨੇਡਾ ਵਿੱਚ ਮੌਜੂਦਾ ਪ੍ਰਵਾਸੀਆਂ ਦੀ ਗਿਣਤੀ ਬਾਰੇ ਵਿਵਾਦ ਛਿੜ ਗਿਆ, ਜਦੋਂ ਕਿ CIBC ਨੇ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ ਤਕਰੀਬਨ 10 ਲੱਖ ਲੋਕ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਮੁਲਕ ਛੱਡ ਕੇ ਨਹੀਂ ਗਏ। ਬਗੈਰ ਵੀਜ਼ਾ ਤੋਂ ਰਹਿ ਰਹੇ ਲੋਕਾਂ ਦੇ ਇਸ ਅੰਕੜੇ ਨੂੰ ਰਿਹਾਇਸ਼ ਸੰਕਟ ਦੇ ਨਾਲ ਜੋੜਿਆ ਜਾ ਰਿਹਾ, ਜੋ ਕੈਨੇਡਾ ਵਿੱਚ ਭਖਦਾ ਮੁੱਦਾ ਬਣ ਚੁੱਕਾ ਹੈ। ਰਿਪੋਰਟ ਦੇ ਮੁਤਾਬਕ 2017 ਤੋਂ 2022 ਦੇ ਦਰਮਿਆਨ ਵੀਜ਼ਾ ਖਤਮ ਹੋਣ ਦੇ ਬਾਵਜੂਦ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਦੀ ਗਿਣਤੀ 7.5 ਲੱਖ ਤੱਕ ਪਹੁੰਚ ਗਈ, ਜਦਕਿ ਇਸ ਵੇਲੇ ਇਹ ਅੰਕੜਾ 10 ਲੱਖ ਦੇ ਨੇੜੇ ਪੁੱਜ ਚੁੱਕਾ ਹੈ। CIBC ਦੇ ਡਿਪਟੀ ਚੀਫ ਇਕਨੋਮਿਸਟ ਬੈਂਜਮਿਨ ਤਲ ਨੇ ਕਿਹਾ ਹੈ ਕਿ ਮਰਦਮਸ਼ੁਮਾਰੀ ਦੌਰਾਨ 10 ਲੱਖ ਨਾਨ ਪਰਮਾਨੈਂਟ ਰੈਜ਼ੀਡੈਂਟਸ ਨੂੰ ਗਿਣਿਆ ਨਹੀਂ ਗਿਆ ਅਤੇ ਇਹ ਤੱਥ ਵੀ ਇੱਕ ਪਾਸੇ ਰੱਖ ਦਿੱਤਾ ਗਿਆ ਕਿ ਵੱਡੀ ਗਿਣਤੀ ਵਿੱਚ ਲੋਕ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਇੱਥੇ ਟਿਕੇ ਹੋਏ ਨੇ। ਕੈਨੇਡਾ ਵਿੱਚ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਭਰੀ ਜਵਾਨੀ 'ਚ ਹੋ ਰਹੀਆਂ ਮੌਤਾਂ ਬਾਰੇ ਰੋਜ਼ ਹੀ ਸੁਣਨ ਅਤੇ ਪੜ੍ਹਨ ਨੂੰ ਮੰਦਭਾਗੀਆਂ ਸੂਚਨਾਵਾਂ ਮਿਲ ਰਹੀਆਂ ਨੇ। ਕੈਨੇਡਾ ਵਿੱਚ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਪਿਛਲੇ 24 ਘੰਟਿਆਂ 'ਚ ਹੋਰ 3 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੀ ਮੰਦਭਾਗੀ ਖਬਰ ਆਈ, ਜੋ ਕਿ ਬੇਹੱਦ ਹੀ ਚਿੰਤਾਜਨਕ ਗੱਲ ਹੈ। ਇੱਥੇ ਹਰ ਹਫ਼ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਪੰਜਾਬੀਆਂ ਦੀਆਂ, ਖਾਸ ਕਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਇਹ ਸਿਲਸਿਲਾ ਘੱਟ ਹੋਣ ਦੀ ਬਜਾਏ ਦਿਨੋ ਦਿਨ ਵੱਧ ਰਿਹਾ ਹੈ। ਮਾਰੇ ਗਏ ਸਾਰੇ ਨੌਜਵਾਨਾਂ ਦੀ ਉਮਰ 30 ਸਾਲ ਦੇ ਲਾਗੇ-ਛਾਗੇ ਹੈ। ਸਾਬਕਾ US ਡਿਪਲੋਮੈਟ ਅਤੇ ਨਿਊ ਮੈਕਸੀਕੋ ਸੂਬੇ ਦੇ ਸਾਬਕਾ ਡੈਮੋਕ੍ਰੈਟਿਕ ਗਵਰਨਰ ਬਿਲ ਦੀ ਬੀਤੇ ਦਿਨੀ ਮੌਤ ਹੋ ਗਈ। ਉਹ 75 ਸਾਲ ਦੇ ਸੀ। ਉਹਨਾਂ ਨੇ ਰਿਚਰਡਸ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਕੀਤੀ। ਉਹਨਾਂ ਦੀ ਮੌਤ ਚਥਮ ਨਿਊ ਮੈਕਸੀਕੋ ਵਿੱਚ ਆਪਣੇ ਘਰ 'ਚ ਸੁੱਤੇ ਪਏ ਹੋ ਗਈ। ਸਾਬਕਾ ਗਵਰਨਰ ਦੁਆਰਾ ਸ਼ੁਰੂ ਕੀਤੀ ਗਈ ਇੱਕ ਗੈਰ ਲਾਭਕਾਰੀ ਫਾਊਂਡੇਸ਼ਨ ਰਿਚਰਡਸਨ ਸੈਂਟਰ ਫਾਰ ਗਲੋਬਲ ਇੰਗੇਜਮੈਂਟ ਨੇ ਸ਼ਨੀਚਰਵਾਰ ਨੂੰ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਹਨਾਂ ਨੇ 2002 ਵਿੱਚ ਗਵਰਨਰ ਵਜੋਂ ਚੁਣੇ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਹਿਲੇ ਲਾਤੀਨੋ US ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਇੱਕ ਅਸਫਲ ਬੋਲੀ ਚਲਾਈ। ਉਹਨਾਂ ਨੇ ਉੱਤਰੀ ਨਿਊ ਮੈਕਸੀਕੋ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਕਾਂਗਰਸਮੈਨ ਵਜੋਂ 14 ਸਾਲ ਜਨਤਾ ਦੀ ਸੇਵਾ ਕੀਤੀ। ਰਾਸ਼ਟਰਪਤੀ ਬਿਲ ਕਲਿੰਟਨ ਦੇ ਅਧੀਨ ਉਹਨਾਂ ਨੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਅਤੇ ਊਰਜਾ ਸਕੱਤਰ ਵਜੋਂ ਵੀ ਕੰਮ ਕੀਤਾ। ਸਰਕਾਰ ਵਿੱਚ ਆਪਣੇ ਕੈਰੀਅਰ ਤੋਂ ਬਾਅਦ ਉਹਨਾਂ ਨੇ ਵਿਦੇਸ਼ਾਂ 'ਚ ਨਜ਼ਰਬੰਦ ਅਮਰੀਕੀਆਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ 'ਚ ਆਪਣੇ ਵਲੰਟੀਅਰ ਕੰਮ ਦੁਆਰਾ ਇੱਕ ਅਣਅਧਿਕਾਰਤ ਡਿਪਲੋਮੈਟ ਵਜੋਂ ਆਪਣੀ ਵਿਰਾਸਤ ਨੂੰ ਮਜ਼ਬੂਤ ਕੀਤਾ ਸੀ। ਉਹਨਾਂ ਨੇ ਸੈਂਟਰ ਦੇ ਵਾਈਸ ਪ੍ਰੈਜ਼ੀਡੈਂਟ ਮਿਕੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਸਨੇ ਆਪਣਾ ਪੂਰਾ ਜੀਵਨ ਦੂਜਿਆਂ ਦੀ ਸੇਵਾ ਵਿੱਚ ਬਤੀਤ ਕੀਤਾ। ਉਹਨਾਂ ਨੇ 2008 ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਮੰਗ ਕੀਤੀ, ਪਰ ਆਇਓਵਾ ਅਤੇ ਨਿਊ ਹੈਂਪਸ਼ਾਇਰ ਪ੍ਰਾਇਮਰੀ ਵਿੱਚ ਚੌਥੇ ਸਥਾਨ ਤੇ ਰਹਿਣ ਤੋਂ ਬਾਅਦ ਉਹ ਦੌੜ ਤੋਂ ਬਾਹਰ ਹੋ ਗਏ। ਫਿਰ ਉਹਨਾਂ ਨੇ ਬਰਾਕ ਓਬਾਮਾ ਦਾ ਸਮਰਥਨ ਕੀਤਾ, ਜਿਸ ਨੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਉਹਨਾਂ ਨੂੰ ਆਪਣਾ ਵਣਜ ਸਕੱਤਰ ਨਿਯੁਕਤ ਕੀਤਾ ਸੀ।
ਗਾਇਕ ਅਤੇ ਗੀਤਕਾਰ ਜਿਮੀ ਬਫੇਟ ਦੀ ਬੀਤੇ ਦਿਨ ਮੌਤ ਹੋ ਗਈ। ਉਹ 76 ਸਾਲ ਦੇ ਸੀ। ਜਿਮੀ ਨੇ ਕੈਰੀਬੀਅਨ ਟੇਸਟ ਵਾਲੇ ਗੀਤ ਮਾਰਟਿਕਾ ਵਿਲੇ ਨਾਲ ਵੀਚ ਵਮ ਸੌਫਟ ਰੌਕ ਨੂੰ ਗੀਤਾਂ ਰਾਹੀਂ ਪ੍ਰਸਿੱਧ ਕੀਤਾ। ਬਫੇਟ ਦੀ ਅਧਿਕਾਰਤ ਵੈਬਸਾਈਟ ਅਤੇ ਸੋਸ਼ਲ ਮੀਡੀਆ ਪੇਜਾਂ ਤੇ ਸ਼ੁੱਕਰਵਾਰ ਦੀ ਰਾਤ ਨੂੰ ਪੋਸਟ ਸਾਂਝੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਜਿਮੀ ਦਾ 1 ਸਤੰਬਰ ਦੀ ਰਾਤ ਨੂੰ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰ ਨੇ ਜਿਮੀ ਦੀ ਮੌਤ ਦੀ ਪੁਸ਼ਟੀ ਕੀਤੀ। ਉਸਨੇ ਆਖਰੀ ਸਾਹ ਤੱਕ ਆਪਣੀ ਜ਼ਿੰਦਗੀ ਇੱਕ ਗੀਤ ਵਾਂਗ ਬਤੀਤ ਕੀਤੀ ਤੇ ਬਹੁਤ ਸਾਰੇ ਲੋਕਾਂ ਦੁਆਰਾ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ। ਬਿਆਨ 'ਚ ਇਹ ਨਹੀਂ ਦੱਸਿਆ ਗਿਆ ਕਿ ਬਫੇਟ ਦੀ ਮੌਤ ਕਿੱਥੇ ਹੋਈ ਜਾਂ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ। ਉਂਝ ਬਿਮਾਰੀ ਨੇ ਉਹਨਾਂ ਨੂੰ ਮਈ ਵਿੱਚ ਸੰਗੀਤ ਸਮਾਰੋਹ ਨੂੰ ਮੁੜ ਤੈਅ ਕਰਨ ਲਈ ਮਜਬੂਰ ਕੀਤਾ ਹੋਇਆ ਸੀ। ਬਫੇਟ ਨੇ ਸੋਸ਼ਲ ਮੀਡੀਆ ਪੋਸਟਾਂ 'ਚ ਸਵੀਕਾਰ ਕੀਤਾ ਸੀਗਾ ਕਿ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਸੀ। 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੇ ਨਾਲ ਜੁੜੇ ਜਾਰਜੀਆ ਮਾਮਲੇ 'ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ ਅਤੇ ਕਿਹਾ ਕਿ ਉਹ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣ ਵਾਲੀ ਹੈ, ਜਿਹੜੀ ਅਗਲੇ ਹਫ਼ਤੇ ਉਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਟਰੰਪ ਉਹਨਾਂ 19 ਲੋਕਾਂ 'ਚ ਸ਼ਾਮਲ ਨੇ ਜਿਨ੍ਹਾਂ ਤੇ 2020 ਦੇ ਵੋਟ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਦਾ ਦੋਸ਼ ਲੱਗਾ ਹੈ। ਉਹਨਾਂ ਨੇ ਪਿਛਲੇ ਹਫ਼ਤੇ ਅਟਲਾਂਟਾ ਦੀ ਫੁਲਟਨ ਕਾਉਂਟੀ ਜੇਲ੍ਹ 'ਚ ਆਤਮ ਸਮਰਪਣ ਕੀਤਾ ਸੀ, ਜਿੱਥੇ ਕਿ ਉਹਨਾਂ ਦਾ ਮਗ ਸ਼ਾਟ ਲਿਆ ਗਿਆ ਸੀ। ਟਰੰਪ ਨੇ ਇਸ ਕੇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਵਾਰ-ਵਾਰ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਕੁੱਲ ਮਿਲਾ ਕੇ ਟਰੰਪ ਨੂੰ ਜਾਰਜੀਆ ਦੇ ਅਧਿਕਾਰੀਆਂ ਤੇ ਉਸ ਸੂਬੇ 'ਚ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੇ ਲਈ ਕਥਿਤ ਤੌਰ ਤੇ ਦਬਾਅ ਪਾਉਣ ਦੇ ਲਈ ਧੋਖਾਧੜੀ ਸਣੇ 13 ਸੰਗੀਨ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ ਦਾਇਰ ਇੱਕ ਅਦਾਲਤੀ ਦਸਤਾਵੇਜ਼ ਵਿੱਚ ਟਰੰਪ ਨੇ ਕਿਹਾ ਕਿ ਉਹ ਦੋਸ਼ਾਂ ਦੀ ਪ੍ਰਕਿਰਤੀ ਅਤੇ ਅਦਾਲਤ ਵਿੱਚ ਪੇਸ਼ ਹੋਣ ਦੇ ਆਪਣੇ ਅਧਿਕਾਰ ਨੂੰ ਪੂਰੀ ਤਰ੍ਹਾਂ ਸਮਝਦੇ ਨੇ। ਜਾਰਜੀਆ ਕਾਨੂੰਨ ਅਪਰਾਧਕ ਬਚਾਓ ਪੱਖਾਂ ਨੂੰ ਉਹਨਾਂ ਦੀ ਵਿਅਕਤੀਗਤ ਪੇਸ਼ੀ ਨੂੰ ਛੱਡਣ ਅਤੇ ਅਦਾਲਤੀ ਫਾਈਲਿੰਗ ਦੁਆਰਾ ਇੱਕ ਰਸਮੀ ਪਟੀਸ਼ਨ ਦਾਖਲ ਕਰਨ ਦੀ ਆਗਿਆ ਦਿੰਦਾ ਹੈ। ਟਰੰਪ ਨੇ 2026 ਵਿੱਚ ਸੁਣਵਾਈ ਦੀ ਮੰਗ ਕਰਦਿਆਂ ਸਕਾਟਸਬਰੋ ਬॉयਜ਼ ਮਾਮਲੇ ਦਾ ਹਵਾਲਾ ਦਿੱਤਾ। ਹਾਲਾਂਕਿ ਜੱਜ ਚੁਟਕਨ ਨੇ ਕਿਸੇ ਵੀ ਤੁਲਨਾ ਨੂੰ ਖਾਰਜ ਕਰ ਦਿੱਤਾ। ਟਰੰਪ ਨੇ ਰਸਮੀ ਤੌਰ ਤੇ ਜੱਜ ਨੂੰ ਆਪਣੇ ਮਾਮਲੇ ਨੂੰ ਆਪਣੇ ਸਹਿ ਮੁਲਾਜ਼ਮਾਂ ਤੋਂ ਵੱਖ ਕਰਨ ਲਈ ਕਿਹਾ, ਜਿਹੜੇ ਜਲਦ ਸੁਣਵਾਈ ਚਾਹੁੰਦੇ ਨੇ। ਟਰੰਪ ਦੇ ਵਕੀਲ ਸਟੀਵਨ ਦਾ ਕਹਿਣਾ ਹੈ ਕਿ ਉਹਨਾਂ ਕੋਲ 23 ਅਕਤੂਬਰ 2023 ਤੱਕ ਆਪਣੇ ਮਾਮਲੇ ਦੀ ਸੁਣਵਾਈ ਲਈ ਤਿਆਰ ਰਹਿਣ ਦੇ ਲਈ ਲੋੜੀਂਦਾ ਸਮਾਂ ਨਹੀਂ ਹੋਏਗਾ ਅਤੇ ਉਹਨਾਂ ਨੂੰ ਸੁਣਵਾਈ ਦੀ ਤਰੀਕ ਲਈ ਮਜਬੂਰ ਕਰਨਾ ਨਿਰਪੱਖ ਸੁਣਵਾਈ ਅਤੇ ਕਾਨੂੰਨ ਦੀ ਉਚਿਤ ਪ੍ਰਕਿਰਿਆ ਲਈ ਰਾਸ਼ਟਰਪਤੀ ਟਰੰਪ ਦੇ ਫੈਡਰਲ ਅਤੇ ਸੂਬਾਈ ਅਧਿਕਾਰਾਂ ਦੀ ਉਲੰਘਣਾ ਹੋਏਗੀ। 2024 ਦੇ ਰਿਪਬਲਿਕਨ ਰਾਸ਼ਟਰਪਤੀ ਨਾਮਜ਼ਦਗੀ ਲਈ ਮੌਜੂਦਾ ਸਮੇਂ 'ਚ ਸਭ ਤੋਂ ਅੱਗੇ ਟਰੰਪ ਆਪਣੇ ਪਿਛਲੇ 3 ਮੁਕੱਦਮਿਆਂ 'ਚੋਂ ਹਰੇਕ 'ਚ ਪੇਸ਼ ਹੋਏ ਨੇ। ਹਾਲਾਂਕਿ ਸੁਣਵਾਈ 3 ਮਾਮਲਿਆਂ 'ਚ ਸੁਣਵਾਈ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ। ਅਮਰੀਕਾ ਦੇ ਨੇਵਾਡਾ ਸੂਬੇ ਵਿੱਚ ਬਰਨਿੰਗ ਮੈਨ ਫੈਸਟੀਵਲ ਲਈ ਇਕੱਠੇ ਹੋਏ 70,000 ਲੋਕ ਚਿੱਕੜ ਵਿੱਚ ਫਸ ਗਏ, ਜਦਕਿ ਇੱਕ ਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਨੇ ਉਹਨਾਂ ਨੂੰ ਭੋਜਨ ਅਤੇ ਪਾਣੀ ਦੀ ਸੰਭਾਲ ਕਰਨ ਲਈ ਕਿਹਾ। ਦਰਅਸਲ ਅਮਰੀਕਾ ਦੇ ਨੇਵਾਡਾ ਰਾਜ ਵਿੱਚ ਹਰ ਸਾਲ ਹਜ਼ਾਰਾਂ ਲੋਕ ਇੱਕ ਸੱਭਿਆਚਾਰਕ ਤਿਉਹਾਰ ਮਨਾਉਣ ਦੇ ਲਈ ਇਕੱਠੇ ਹੁੰਦੇ ਨੇ। ਦੱਸਦੇ ਕਿ 24 ਘੰਟੇ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਸਾਰਾ ਰੇਗਿਸਤਾਨੀ ਇਲਾਕਾ ਚਿੱਕੜ ਵਿੱਚ ਤਬਦੀਲ ਹੋ ਗਿਆ ਹੈ। ਇਸ ਕਰਕੇ ਲੋਕ ਪੈਦਲ ਵੀ ਨਹੀਂ ਜਾ ਸਕਦੇ ਸੀ। US ਬਿਊਰੋ ਆਫ ਲੈਂਡ ਮੈਨੇਜਮੈਂਟ ਨੇ ਕਿਹਾ ਕਿ ਚਿੱਕੜ ਵਿੱਚੋਂ ਗੱਡੀ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਹੈ। ਅਗਲੇ ਕੁਝ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਲੋਕਾਂ ਲਈ ਸਾਰੀਆਂ ਜ਼ਰੂਰੀ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਬਲੈਕ ਰੌਕ ਸਿਟੀ ਨੇਵਾਡਾ ਵਿੱਚ ਬਰਨਿੰਗ ਮੈਨ ਦਾ ਤਿਉਹਾਰ ਹੁੰਦਾ ਹੈ, ਜੋ ਕਿ ਦੁਨੀਆ ਦੇ ਸਭ ਤੋਂ ਬੇਜਾਨ ਰੇਗਿਸਤਾਨਾਂ ਵਿੱਚੋਂ ਇੱਕ ਹੈ। ਲੋਕ ਇੱਥੇ ਡੇਰੇ ਲਾਉਂਦੇ ਨੇ ਅਤੇ ਕਈ ਦਿਨ ਠਹਿਰਦੇ ਨੇ। ਹੁਣ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਇਸ ਖੇਤਰ ਵਿੱਚ ਸਾਰੇ ਵਾਹਨਾਂ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਮਾਗਮ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲੋਕ ਇੱਥੇ ਕਈ ਦਿਨਾਂ ਤੱਕ ਫਸੇ ਰਹਿ ਸਕਦੇ ਨੇ। ਇਹ ਤਿਉਹਾਰ 1990 ਵਿੱਚ ਸ਼ੁਰੂ ਹੋਇਆ ਸੀ। ਉਦੋਂ ਇੱਥੇ ਸਿਰਫ 80 ਲੋਕ ਹੀ ਇਕੱਠੇ ਹੋਏ ਸੀ। 1993 ਚ ਇੱਥੇ ਪਹਿਲੀ ਵਾਰ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ 1000 ਤੱਕ ਪਹੁੰਚ ਗਈ ਸੀ। ਇਸ ਵਾਰ ਇੱਥੇ 70,000 ਤੋਂ ਵੱਧ ਲੋਕ ਇਕੱਠੇ ਹੋਏ ਨੇ। ਇਹ ਤਿਉਹਾਰ ਅਮਰੀਕਾ ਵਿੱਚ ਛੁੱਟੀਆਂ ਦੌਰਾਨ ਮਨਾਇਆ ਜਾਂਦਾ ਹੈ। ਇੱਥੇ ਦੁਨੀਆ ਭਰ ਦੇ ਲੋਕ ਸੈੱਲਫੋਨ, ਇੰਟਰਨੈਟ ਵਰਗੀਆਂ ਆਧੁਨਿਕ ਸਹੂਲਤਾਂ ਤੋਂ ਦੂਰ ਰਹਿੰਦੇ ਨੇ ਅਤੇ ਰਵਾਇਤੀ ਨਾਚ, ਗਾਣਿਆਂ ਅਤੇ ਸੰਗੀਤ ਦੇ ਵਿਚਕਾਰ ਇੱਕ ਹਫ਼ਤਾ ਬਿਤਾਉਂਦੇ ਨੇ। ਬਰਨਿੰਗ ਮੈਨ ਨਾਂ ਇਹ ਜਿਹੜਾ ਹੈ ਇਸ ਲਈ ਆਇਆ ਕਿਉਂਕਿ ਤਿਉਹਾਰ ਦੇ ਆਖਰੀ ਦਿਨ ਇੱਥੇ ਆਪਣੇ ਦੁਆਰਾ ਬਣਾਈਆਂ ਗਈਆਂ ਕਲਾਕ੍ਰਿਤੀਆਂ ਨੂੰ ਸਾੜ ਦਿੱਤਾ ਜਾਂਦਾ ਹੈ। ਇਸ ਪਿੱਛੇ ਵਿਚਾਰ ਇਹ ਹੈ ਕਿ ਜੋ ਅਸੀਂ ਬਣਾਇਆ ਹੈ ਉਸ ਨੂੰ ਸਾੜ ਕੇ ਅਸੀਂ ਆਪਣੇ ਅੰਦਰਲੀ ਹਉਮੈ ਨੂੰ ਨਸ਼ਟ ਕਰ ਦਿੰਦੇ ਹਾਂ। ਤਿਉਹਾਰ ਤੇ ਆਉਣ ਵਾਲੇ ਲੋਕਾਂ ਨੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਉਹਨਾਂ ਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ ਤਾਂ ਜੋ ਉਹ ਆਜ਼ਾਦੀ ਦੇ ਅਰਥਾਂ ਨੂੰ ਸਮਝ ਸਕਣ। ਐਤਵਾਰ ਦੁਪਹਿਰ ਨੂੰ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਉੱਤੇ 에ਅਰ ਕੈਨੇਡਾ ਦੇ ਇੱਕ ਜਹਾਜ਼ ਵੱਲੋਂ ਦੂਜੇ ਨੂੰ ਟੱਕਰ ਮਾਰੇ ਜਾਣ ਮਗਰੋਂ ਪੈਸੇਂਜਰਸ ਨੂੰ ਹੋਰਨਾਂ ਫਲਾਈਟਸ ਵਿੱਚ ਬਿਠਾ ਕੇ ਰਵਾਨਾ ਕੀਤਾ ਗਿਆ। 에ਅਰ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਗੇਟ ਤੋਂ ਪਿੱਛੋਂ ਧੱਕੇ ਜਾਣ ਉੱਤੇ 에ਅਰ ਕੈਨੇਡਾ ਰੂਜ਼ 에ਅਰਬਸ A319 ਦੇ ਵਿੰਗ ਦਾ ਇੱਕ ਹਿੱਸਾ
ਜੈਜ਼ 에ਅਰ ਕੈਨੇਡਾ ਐਕਸਪ੍ਰੈਸ Q400 ਦੇ ਵਿੰਗ ਨਾਲ ਟਕਰਾ ਗਿਆ, ਜਿਹੜਾ ਨੇੜਲੇ ਗੇਟ ਕੋਲ ਹੀ ਪਾਰਕ ਕੀਤਾ ਹੋਇਆ ਸੀ। ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਟਰੈਵਲਰ ਜਾਂ ਗਰਾਊਂਡ ਸਟਾਫ ਜ਼ਖਮੀ ਨਹੀਂ ਹੋਇਆ। Q400 ਨਨੇਮੋ ਜਾਣ ਦੀ ਤਿਆਰੀ ਕਰ ਰਿਹਾ ਸੀ ਤੇ ਐਤਵਾਰ ਨੂੰ 3 ਘੰਟੇ ਦੀ ਦੇਰੀ ਦੇ ਬਾਵਜੂਦ ਉਡਾਣ ਨਹੀਂ ਸੀ ਭਰ ਸਕਿਆ। A319 ਦੇ ਪੈਸੇਂਜਰਸ ਨੂੰ ਦੂਜੇ ਜਹਾਜ਼ Boeing 737 ਉੱਤੇ ਬਿਠਾਇਆ ਗਿਆ, ਜਿਸ ਨੇ ਸ਼ਾਮੀ 6:15 ਤੇ ਕਿਊਬੈਕ ਲਈ ਸਿਟੀ ਲਈ ਉਡਾਨ ਭਰਨੀ ਸੀ। ਹੁਣ ਕੈਨੇਡਾ ਦੀਆਂ ਨਜ਼ਰਾਂ ਏਸ਼ੀਆ ਤੇ ਇੰਡੋ ਪੈਸੀਫਿਕ ਰੀਜਨ ਦੀਆਂ ਟ੍ਰੇਡ ਮਾਰਕੀਟਸ ਉੱਤੇ ਨੇ। ਕੌਮਾਂਤਰੀ ਸਿਖਰ ਵਾਰਤਾ ਤੇ ਦੁਬੱਲੀਆਂ ਮੀਟਿੰਗਸ ਦੇ ਵਿੱਚ ਹਿੱਸਾ ਲੈਣ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਹਫ਼ਤੇ ਲਈ ਰੀਜਨ ਦੇ ਦੌਰੇ ਉੱਤੇ ਜਾ ਰਹੇ ਨੇ। ਇਸ ਦੌਰਾਨ ਟਰੂਡੋ 6 ਦਿਨਾਂ ਲਈ ਇੰਡੋਨੇਸ਼ੀਆ, ਸਿੰਗਾਪੁਰ ਤੇ ਭਾਰਤ ਰੁਕਣਗੇ। ਇਸ ਦੌਰੇ ਦਾ ਮੁੱਖ ਮਕਸਦ ਏਸ਼ੀਆਈ ਆਗੂਆਂ ਨਾਲ ਸੰਬੰਧਤ ਮਜ਼ਬੂਤ ਕਰਨਾ ਹੈ। ਗਲੋਬਲ ਗ੍ਰੀਨ એનર્ਜੀ ਤਬਦੀਲੀਆਂ ਦਰਮਿਆਨ ਰੀਜਨ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਦਰਮਿਆਨ ਕੈਨੇਡਾ ਖੁਦ ਨੂੰ ਅਹਿਮ ਖਿਡਾਰੀ ਵਜੋਂ ਵੇਖ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ ਚਾਹੁੰਦਾ ਹੈ ਕਿ ਚੀਨ ਤੋਂ ਪਾਸੇ ਵੀ ਵੱਖਰੇ ਰੀਜਨ ਵਿੱਚੋਂ ਆਪਣੇ ਕਾਰੋਬਾਰ ਵਿੱਚ ਵੰਨ-ਸੁਵੰਨਤਾ ਲਿਆ ਸਕੇ। ਪਿਛਲੇ ਸਾਲ ਕੈਨੇਡਾ ਨੇ ਨਵੀਂ ਇੰਡੋ ਪੈਸੀਫਿਕ ਰਣਨੀਤੀ ਲਾਂਚ ਕੀਤੀ ਸੀ ਤਾਂ ਕਿ ਚੀਨ ਦੇ ਦਬਦਬੇ ਨੂੰ ਘਟਾਉਣ ਦੇ ਲਈ ਕਾਰੋਬਾਰ ਨੂੰ ਹੋਰਨਾਂ ਖੇਤਰਾਂ 'ਚ ਵਧਾ ਸਕੇ। ਜ਼ਿਕਰਯੋਗ ਹੈ ਕਿ ਕੈਨੇਡਾ ਇੰਡੋਨੇਸ਼ੀਆ ਨਾਲ ਅਹਿਮ ਟ੍ਰੇਡ ਸਮਝੌਤਾ ਕਰਨ ਦੇ ਕਾਫੀ ਨੇੜੇ ਹੈ ਤੇ ਭਾਰਤ ਦੇ ਨਾਲ ਵੀ ਕਾਰੋਬਾਰੀ ਗੱਲਬਾਤ ਆਰਜ਼ੀ ਤੌਰ ਉੱਤੇ ਰੋਕ ਲਈ ਗਈ ਸੀ। ਸਿੰਗਾਪੁਰ ਨਾਲ ਕੈਨੇਡਾ ਪਹਿਲਾਂ ਹੀ ਵਪਾਰਕ ਸਮਝੌਤਾ ਕਰ ਚੁੱਕਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਨਾਲ ਟਰੂਡੋ ਨੂੰ ਬਹੁਤ ਹੀ ਸੰਭਲ ਕੇ ਚੱਲਣਾ ਹੋਏਗਾ, ਕਿਉਂਕਿ ਉਹ ਉੱਥੇ ਵਪਾਰ ਲਈ ਜਾ ਰਹੇ ਨੇ, ਕੇਵਲ ਫੋਟੋਆਂ ਖਿਚਵਾਉਣ ਦੇ ਲਈ ਹੀ ਨਹੀਂ ਜਾ ਰਹੇ। ਸਾਨੂੰ ਉਹਨਾਂ ਮੁਲਕਾਂ ਨਾਲ ਸੰਬੰਧ ਮਜ਼ਬੂਤ ਕਰਨੇ ਹੋਣਗੇ, ਇੱਕ ਦੂਜੇ ਦੇ ਸੱਭਿਆਚਾਰ ਨੂੰ ਸਮਝਣਾ ਹੋਵੇਗਾ। ਸਾਡੀ ਤਰਜੀਹ ਵਪਾਰ ਤੇ ਅਰਥਚਾਰਾ ਹੋਣੀ ਚਾਹੀਦੀ ਹੈ। ਕੈਨੇਡਾ ਵਿੱਚ 18 ਲੱਖ ਬੱਚਿਆਂ ਨੂੰ ਰੱਜਵੀਂ ਰੋਟੀ ਨਹੀਂ ਮਿਲ ਰਹੀ ਅਤੇ ਇਹ ਗਿਣਤੀ ਸਾਲ ਦਰ ਸਾਲ ਵੱਧਦੀ ਜਾ ਰਹੀ ਹੈ। ਚਿਲਡਰਨ ਫਸਟ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 2022 ਵਿੱਚ 14 ਲੱਖ ਬੱਚੇ ਰੱਜਵੀਂ ਖੁਰਾਕ ਤੋਂ ਵਾਂਝੇ ਸਨ, ਪਰ ਮੌਜੂਦਾ ਵਰ੍ਹੇ ਦੌਰਾਨ 30% ਵਾਧਾ ਦਰਜ ਕੀਤਾ ਗਿਆ ਹੈ। ਕੈਨੇਡੀਅਨ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਹਾਲਤ ਤੇ ਚਾਨਣਾ ਪਾਉਂਦੀ ਚਿਲਡਰਨ ਫਸਟ ਕੈਨੇਡਾ ਦੀ ਸਾਲਾਨਾ ਰਿਪੋਰਟ ਕਹਿੰਦੀ ਹੈ ਕਿ ਬੱਚਿਆਂ ਦੀ ਸੰਭਾਲ ਦੇ ਮਾਮਲੇ ਵਿੱਚ ਕੈਨੇਡਾ ਕੌਮਾਂਤਰੀ ਪੱਧਰ ਤੇ 48ਵੇਂ ਸਥਾਨ ਤੇ ਡਿੱਗ ਕੇ 81ਵੇਂ ਸਥਾਨ ਤੇ ਆ ਗਿਆ ਹੈ। ਚਿਲਡਰਨ ਫਸਟ ਦੀ ਬਾਨੀ ਅਤੇ CEO ਸਾਰਾ ਆਸਟਿਨ ਨੇ ਕਿਹਾ ਹੈ ਕਿ ਅਸੀਂ ਖਤਰਨਾਕ ਰਫ਼ਤਾਰ ਨਾਲ ਪਿੱਛੇ ਵੱਲ ਜਾ ਰਹੇ ਹਾਂ। ਕਿਸੇ ਵੇਲੇ ਕੈਨੇਡਾ ਬੱਚਿਆਂ ਦੀ ਸੰਭਾਲ ਦੇ ਮਾਮਲੇ 'ਚ ਦੁਨੀਆ ਦਾ ਮੋਹਰੀ ਮੁਲਕ ਹੁੰਦਾ ਸੀ, ਪਰ ਹੁਣ ਹਾਲਾਤ ਬਿਲਕੁਲ ਬਦਲ ਚੁੱਕੇ ਨੇ। ਕੈਨੇਡੀਅਨ ਲੋਕ ਇਸ ਵੇਲੇ ਮਹਿੰਗਾਈ ਦੀ ਮਾਰ ਚੱਲ ਰਹੇ ਨੇ। ਉਧਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸੇ ਵਿਚਕਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਨੇ ਬੈਂਕ ਆਫ ਕੈਨੇਡਾ ਨੂੰ ਇੱਕ ਚਿੱਠੀ ਲਿਖੀ, ਜਿਸ ਵਿੱਚ ਉਹਨਾਂ ਵੱਲੋਂ ਵਿਆਜ ਦਰਾਂ ਵਿੱਚ ਹੋਰ ਵਾਧਾ ਨਾ ਕਰਨ ਦੀ ਅਪੀਲ ਕੀਤੀ ਗਈ। ਪ੍ਰੀਮੀਅਰ ਡੇਵਿਡ ਨੇ ਚਿੱਠੀ ਲਿਖ ਕੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਨੂੰ ਅਪੀਲ ਕੀਤੀ ਕਿ ਵਿਆਜ ਦਰਾਂ ਵਿੱਚ ਹੋਰ ਵਾਧਾ ਨਾ ਕੀਤਾ ਜਾਏ, ਕਿਉਂਕਿ ਮਹਿੰਗਾਈ ਨੇ ਪਹਿਲਾਂ ਹੀ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ। ਜੇ ਵਿਆਜ ਦਰਾਂ ਵਿੱਚ ਵਾਧਾ ਹੋਇਆ ਤਾਂ ਉਹਨਾਂ ਦਾ ਜਮਾ ਹੀ ਜੀਣਾ ਦੁੱਭਰ ਹੋ ਜਾਵੇਗਾ। ਤਾਇਵਾਨ 'ਚ ਸ਼ਕਤੀਸ਼ਾਲੀ ਤੂਫਾਨ ਹਾਈਕੁਈ ਨੇ ਤਬਾਹੀ ਮਚਾਈ ਹੋਈ ਹੈ। ਤੂਫਾਨ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ 44 ਲੋਕ ਜ਼ਖਮੀ ਹੋ ਗਏ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ। ਹਾਈਕੁਈ 4 ਸਾਲਾਂ ਵਿੱਚ ਸਿੱਧੇ ਤਾਇਵਾਨ ਦੇ ਨਾਲ ਟਕਰਾਉਣ ਵਾਲਾ ਪਹਿਲਾ ਤੂਫਾਨ ਦੁਪਹਿਰ 3:40 ਦੇ ਕਰੀਬ ਦੱਖਣ ਪੂਰਬੀ ਤੱਟਵਰਤੀ ਟਾਊਨਸ਼ਿਪ ਡੁਗਾਹੇ ਨਾਲ ਟਕਰਾਇਆ। CNN ਨੇ ਕੇਂਦਰੀ ਮੌਸਮ ਬਿਊਰੋ ਦੇ ਹਵਾਲੇ ਨਾਲ ਦੱਸਿਆ ਕਿ ਐਤਵਾਰ ਨੂੰ ਇਹ ਤੂਫਾਨ ਟਾਪੂ ਨੂੰ ਪਾਰ ਕਰ ਗਿਆ। ਗ੍ਰਹਿ ਮੰਤਰਾਲਾ ਦੇ ਅਨੁਸਾਰ 11 ਸ਼ਹਿਰਾਂ ਅਤੇ ਕਾਉਂਟੀਆਂ ਦੇ ਵਿੱਚ ਘੱਟੋ-ਘੱਟ 7113 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਰਾਜ ਬਿਜਲੀ ਪ੍ਰਦਾਤਾ ਤਾਈਪ ਪਾਵਰ ਨੇ ਕਿਹਾ ਕਿ 48506 ਘਰ ਬਿਜਲੀ ਤੋਂ ਬਿਨਾਂ ਸੀ। ਕੇਂਦਰੀ ਮੌਸਮ ਬਿਊਰੋ ਨੇ ਕਿਹਾ ਕਿ ਲੈਂਡਫਾਲ ਕਰਨ ਤੋਂ ਪਹਿਲਾਂ ਤੂਫਾਨ ਕਾਰਨ 155 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਇਸ ਦੇ ਨਾਲ ਹੀ ਰਾਜਧਾਨੀ ਤਾਈਪੇ ਵਿੱਚ ਭਾਰੀ ਮੀਂਹ ਪਿਆ। ਇੱਕ ਰਿਪੋਰਟ ਦੇ ਮੁਤਾਬਕ ਤੂਫਾਨ ਦੁਆਰਾ ਲਿਆਂਦੀ ਗਈ ਭਾਰੀ ਬਾਰਿਸ਼ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਕਾਰਨ ਬਣ ਸਕਦੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਤਾਇਵਾਨ ਦੇ ਅੰਦਰ ਅਤੇ ਬਾਹਰ 246 ਉਡਾਣਾਂ ਮੁੱਖ ਤੌਰ ਤੇ ਘਰੇਲੂ ਜਾਂ ਖੇਤਰੀ ਮਾਰਗਾਂ ਤੇ ਐਤਵਾਰ ਸ਼ਾਮ ਨੂੰ ਦੇਰੀ ਜਾਂ ਰੱਦ ਕਰ ਦਿੱਤੀਆਂ ਗਈਆਂ ਸਨ। ਉਧਰ ਪੱਛਮੀ ਅਲਜੀਰੀਆ ਵਿੱਚ ਭਿਆਨਕ ਹੜ੍ਹ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਅਲਜੀਰੀਆ ਦੀ ਸਿਵਲ ਡਿਫੈਂਸ ਸਰਵਿਸ ਨੇ ਐਤਵਾਰ ਨੂੰ ਦਿੱਤੀ। ਸਿਵਲ ਪ੍ਰੋਟੈਕਸ਼ਨ ਸਰਵਿਸ ਦੇ ਦੁਆਰਾ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਸ਼ਾਮ ਨੂੰ ਹੜ੍ਹ ਵਿੱਚ ਇੱਕ ਵਾਹਨ ਦੇ ਬਹਿ ਜਾਣ ਕਾਰਨ 2 ਪੁਰਸ਼ ਅਤੇ 2 ਔਰਤਾਂ ਦੀ ਮੌਤ ਹੋ ਗਈ। ਓਟਾਵਾ ਪੁਲਿਸ ਦਾ ਕਹਿਣਾ ਹੈ ਕਿ ਦੱਖਣੀ ਓਟਾਵਾ ਦੇ ਕਨਵੈਨਸ਼ਨ ਸੈਂਟਰ ਦੇ ਬਾਹਰ ਸ਼ਾਮ ਵੇਲੇ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਜਿਹੜੇ 2 ਵਿਅਕਤੀ ਮਾਰੇ ਗਏ ਉਹ ਅਸਲ ਦੇ ਵਿੱਚ
ਟੋਰਾਂਟੋ ਸਨ ਤੇ ਵਿਆਹ ਵਿੱਚ ਹਿੱਸਾ ਲੈਣ ਦੇ ਲਈ ਆਏ ਹੋਏ ਸੀ। ਸ਼ਨੀਚਰਵਾਰ ਰਾਤੀ 10:20 ਉੱਤੇ ਅਪਲੈਂਡਸ ਡਰਾਈਵ ਤੇ ਹੰਟ ਕਲੱਬ ਰੋਡ ਨੇੜੇ ਗਿਵਫੋਰਡ ਡਰਾਈਵ ਦੇ 2900 ਬਲਾਕ ਵਿੱਚ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਐਮਰਜੈਂਸੀ ਅਮਲਾ ਮੌਕੇ ਉੱਤੇ ਪਹੁੰਚਿਆ। ਪੁਲਿਸ ਨੇ ਦੱਸਿਆ ਕਿ ਗੋਲੀਆਂ ਇਨਫਿਨਿਟੀ ਕਨਵੈਨਸ਼ਨ ਸੈਂਟਰ ਦੇ ਬਾਹਰ ਚੱਲੀਆਂ। ਇਸ ਘਟਨਾ ਵਿੱਚ 6 ਹੋਰ ਲੋਕ ਜ਼ਖਮੀ ਹੋ ਗਏ। ਨੇੜਲੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ 20 ਤੋਂ 25 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ। ਐਤਵਾਰ ਦੁਪਹਿਰ ਨੂੰ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਟੋਰਾਂਟੋ ਦੇ 26 ਸਾਲ ਸੈਦ ਮੁਹੰਮਦ ਅਲੀ ਤੇ ਟੋਰਾਂਟੋ ਦੇ ਹੀ 29 ਸਾਲਾ ਅਬਦੀ ਸ਼ੂਕਰ ਅਬਦੀ ਦਾਹਿਰ ਵਜੋਂ ਕੀਤੀ। ਸ਼ੂਟਿੰਗ ਦੇ ਸੰਬੰਧ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਪੁਲਿਸ ਵੱਲੋਂ ਮਸ਼ਕੂਕਾਂ ਦੇ ਵੇਰਵੇ ਵੀ ਜਾਰੀ ਨਹੀਂ ਕੀਤੇ ਗਏ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਓਟਾਵਾ ਪੁਲਿਸ ਚੀਫ ਐਰਿਕ ਨੇ ਇਹ ਵੀ ਆਖਿਆ ਕਿ ਗੈਂਗ ਗਤੀਵਿਧੀ ਵਾਲੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਵਿੱਚ ਜ਼ਖਮੀ ਹੋਏ 6 ਹੋਰਨਾਂ ਵਿਅਕਤੀਆਂ ਬਾਰੇ ਵੀ ਪੁਲਿਸ ਵੱਲੋਂ ਵੇਰਵੇ ਜਾਰੀ ਨਹੀਂ ਕੀਤੇ ਗਏ। ਕੇਵਲ 4 ਮਹੀਨੇ ਪਹਿਲਾਂ ਕੈਨੇਡਾ ਆਈ ਕੀਰਤੀ ਬਵੇਜਾ ਨੂੰ ਜਾਨਲੇਵਾ ਟੱਕਰ ਮਾਰ ਕੇ ਫਰਾਰ ਹੋਣ ਵਾਲੇ ਸ਼ੱਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਲਟਨ ਵਿਖੇ 23 ਅਗਸਤ ਨੂੰ ਵੱਡੇ ਤੜਕੇ ਵਾਪਰੇ ਹਾਦਸੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 22 ਸਾਲ ਦੀ ਮੁਟਿਆਰ ਸਾਈਕਲ ਤੇ ਜਾ ਰਹੀ ਸੀ ਜਦੋਂ ਉਸ ਨੂੰ ਇੱਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰੀ। ਪੁਲਿਸ ਦੇ ਮੁਤਾਬਕ ਨੀਲੇ ਰੰਗ ਦੀ 218 ਮਾਡਲ ਮਾਜ਼ਦਾ 3 ਗੱਡੀ 에ਅਰਪੋਰਟ ਰੋਡ ਤੇ ਉੱਤਰ ਵੱਲ ਜਾ ਰਹੀ ਸੀ ਜਦੋਂ ਹਾਦਸਾ ਵਾਪਰਿਆ ਤੇ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ। ਬਾਅਦ ਵਿੱਚ ਇਹ ਗੱਡੀ ਰੈਕਸ ਬੁਲੇਵਾਰਡ ਦੇ ਦੱਖਣ ਵੱਲ ਗੋਰਵੇ ਡਰਾਈਵ ਇਲਾਕੇ 'ਚ ਖੜੀ ਮਿਲੀ। ਪੁਲਿਸ ਵੱਲੋਂ ਹਾਦਸੇ ਵਿੱਚ ਮਰਨ ਵਾਲੀ ਮੁਟਿਆਰ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਉਸਦੇ ਦੋਸਤਾਂ ਦੇ ਮੁਤਾਬਕ ਕੀਰਤੀ ਬਵੇਜਾ 24 ਅਪ੍ਰੈਲ ਨੂੰ ਬਤੌਰ ਸਟੂਡੈਂਟ ਕੈਨੇਡਾ ਆਈ ਸੀ। ਗ੍ਰਿਫਤਾਰ ਸ਼ਖਸ ਦੀ ਸ਼ਨਾਖਤ ਟ੍ਰੈਸ਼ੋਨ ਡੈਲਪੀਚ ਵਜੋਂ ਕੀਤੀ ਗਈ ਹੈ ਜੋ 15 ਸਤੰਬਰ ਨੂੰ ਅਦਾਲਤ ਵਿੱਚ ਪੇਸ਼ੀ ਤੱਕ ਹਿਰਾਸਤ ਵਿੱਚ ਰਹੇਗਾ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਐਤਵਾਰ ਨੂੰ ਕਿਹਾ ਕਿ ਇਸ ਹਫ਼ਤੇ ਓਲੇਕਸੀ ਰੇਜ਼ਨੀਕੋਵ ਦੀ ਥਾਂ ਕ੍ਰੀਮੀਆ ਦੇ ਤਾਤਾਰ ਸਾਂਸਦ ਰੁਸਤਮ ਉਮੇਰੋਵ ਨੂੰ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਜਾਏਗਾ। ਜ਼ੈਲੈਂਸਕੀ ਨੇ ਆਪਣੇ ਅਧਿਕਾਰਤ ਟੈਲੀਗ੍ਰਾਮ ਅਕਾਊਂਟ ਤੇ ਘੋਸ਼ਣਾ ਕਰਦੇ ਹੋਏ ਲਿਖਿਆ ਕਿ ਉਮੇਰੋਵ ਨੇ 550 ਦਿਨਾਂ ਤੋਂ ਵੱਧ ਸਮੇਂ ਤੱਕ ਵੱਡੇ ਪੱਧਰ ਦੀ ਜੰਗ ਦੀ ਅਗਵਾਈ ਕੀਤੀ ਹੈ ਜਿਸ ਤੋਂ ਬਾਅਦ ਨਵੀਂ ਲੀਡਰਸ਼ਿਪ ਦੀ ਲੋੜ ਮਹਿਸੂਸ ਹੋ ਰਹੀ ਹੈ। ਬਾਅਦ ਵਿੱਚ ਆਪਣੇ ਰਾਤ ਭਰ ਦੇ ਸੰਬੋਧਨ ਦੇ ਵਿੱਚ ਜ਼ੈਲੈਂਸਕੀ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਰੱਖਿਆ ਮੰਤਰਾਲਾ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਵਧਣ ਅਤੇ ਫੌਜ ਅਤੇ ਸਮਾਜ ਦੋਵਾਂ ਨਾਲ ਗੱਲਬਾਤ ਦੇ ਲਈ ਵੱਖ-ਵੱਖ ਰੂਪਾਂ ਦੀ ਲੋੜ ਹੈ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਹੈ ਕਿ ਵੇਰਖੋਵਾਨਾ ਰਾਡਾ ਉਮੇਰੋਵ ਦੀਆਂ ਕਾਬਲੀਅਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਉਹਨਾਂ ਨੂੰ ਕੋਈ ਵਾਧੂ ਨਿਰਦੇਸ਼ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਨੂੰ ਸੰਸਦ ਤੋਂ ਉਹਨਾਂ ਦੀ ਉਮੀਦਵਾਰੀ ਲਈ ਸਮਰਥਨ ਮਿਲਣ ਦੀ ਉਮੀਦ ਹੈ। ਵਿਰੋਧੀ ਦਲ ਹੋਲੇਓਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ 41 ਸਾਲਾ ਉਮੇਰੋਵ ਸਤੰਬਰ 2022 ਤੋਂ ਯੂਕਰੇਨ ਦੇ ਸਰਕਾਰੀ ਸੰਪਤੀ ਫੰਡ ਦੇ ਮੁਖੀ ਵਜੋਂ ਸੇਵਾ ਕਰ ਰਹੇ ਨੇ। ਉਹ ਜੰਗੀ ਕੈਦੀਆਂ, ਸਿਆਸੀ ਕੈਦੀਆਂ, ਬੱਚਿਆਂ ਤੇ ਆਮ ਨਾਗਰਿਕਾਂ ਦੀ ਅਦਲਾ ਬਦਲੀ ਦੇ ਨਾਲ-ਨਾਲ ਕਬਜ਼ੇ ਵਾਲੇ ਖੇਤਰਾਂ ਤੋਂ ਨਾਗਰਿਕਾਂ ਦੇ ਨਿਕਾਸੀ ਅਭਿਆਨ 'ਚ ਸ਼ਾਮਲ ਸਨ। ਉਮੇਰੋਵ ਸੰਯੁਕਤ ਰਾਸ਼ਟਰ ਸਮਰਥਿਤ ਅਨਾਜ ਸੌਦੇ ਤੇ ਰੂਸ ਨਾਲ ਗੱਲਬਾਤ ਵਿੱਚ ਯੂਕਰੇਨ ਦੇ ਪ੍ਰਤੀਨਿਧਿਤ ਮੰਡਲ ਦਾ ਵੀ ਹਿੱਸਾ ਸਨ। ਚੰਡੀਗੜ੍ਹ ਪੁਲਿਸ ਹੁਣ 15 ਦਿਨਾਂ ਦੀ ਬਜਾਏ 2 ਦਿਨਾਂ 'ਚ ਪਾਸਪੋਰਟ ਵੈਰੀਫਿਕੇਸ਼ਨ ਪੂਰੀ ਕਰ ਰਹੀ ਹੈ। ਹਾਂ, ਇਹ ਤਤਕਾਲ ਅਪਲਾਈਡ ਪਾਸਪੋਰਟ ਵੈਰੀਫਿਕੇਸ਼ਨ ਨਹੀਂ ਹੈ ਬਲਕਿ ਰੂਟੀਨ ਅਪਲਾਈਡ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਸ਼ੁਰੂ ਕੀਤੀ ਗਈ ਪਾਸਪੋਰਟ ਪੁਲਿਸ ਐਪ ਪ੍ਰਭਾਵਸ਼ਾਲੀ ਅਤੇ ਮਦਦਗਾਰ ਸਾਬਤ ਹੋ ਰਹੀ ਹੈ। ਪੁਲਿਸ ਨੇ 16 ਜੂਨ ਤੋਂ 1 ਸਤੰਬਰ ਤੱਕ ਪਾਸਪੋਰਟ ਦਫ਼ਤਰ ਤੋਂ ਕੁੱਲ 8453 ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਸੀ। ਇਹਨਾਂ ਵਿੱਚੋਂ ਪੁਲਿਸ ਨੇ 8236 ਦੀ ਪੁਲਿਸ ਵੈਰੀਫਿਕੇਸ਼ਨ ਕਰਕੇ ਪਾਸਪੋਰਟ ਦਫ਼ਤਰ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਦਿਨ ਵਿੱਚ 132 ਲੋਕਾਂ ਦੀ ਤਸਦੀਕ ਵੀ ਕੀਤੀ ਹੈ। ਹੁਣ ਭਵਿੱਖ ਵਿੱਚ 2-3 ਦਿਨਾਂ ਵਿੱਚ ਲੋਕਾਂ ਦੀ ਪਾਸਪੋਰਟ ਵੈਰੀਫਿਕੇਸ਼ਨ ਹੋ ਜਾਏਗੀ। ਆਸਟ੍ਰੇਲੀਅਨ ਸਰਕਾਰ ਵੱਲੋਂ ਪ੍ਰਸਤਾਵਿਤ ਨਵੇਂ ਕਾਨੂੰਨ ਤਹਿਤ ਜਾਣਬੁੱਝ ਕੇ ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲੇ ਮਾਲਕਾਂ ਨੂੰ ਜੇਲ੍ਹ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਏਗਾ। ਇਸ ਕਾਨੂੰਨ ਦੇ ਨਾਲ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪੰਜਾਬੀ ਭਾਈਚਾਰੇ ਨੂੰ ਫਾਇਦਾ ਹੋਏਗਾ। ਸਮਾਚਾਰ ਏਜੰਸੀ ਸ਼ਿਨੂਹਾ ਦੀ ਰਿਪੋਰਟ ਦੇ ਅਨੁਸਾਰ ਕੰਮ ਵਾਲੀ ਥਾਂ ਦੇ ਸੰਬੰਧ ਬਾਰੇ ਮੰਤਰੀ ਟੋਨੀ ਬੁਰਕੇ ਨੇ ਐਤਵਾਰ ਨੂੰ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਉਹ ਸੋਮਵਾਰ ਨੂੰ ਸੰਸਦ ਦੇ ਵਿੱਚ ਉਦਯੋਗਿਕ ਸੰਬੰਧਾਂ 'ਚ ਬਦਲਾਅ ਲਈ ਕਾਨੂੰਨ ਪੇਸ਼ ਕਰਨਗੇ।
ਪ੍ਰਸਤਾਵਿਤ ਕਾਨੂੰਨਾਂ ਦੇ ਤਹਿਤ ਜਾਣਬੁੱਝ ਕੇ ਤਨਖਾਹ ਚੋਰੀ ਮਾਮਲੇ 'ਚ ਸ਼ਾਮਲ ਪਾਏ ਜਾਣ ਵਾਲੇ ਮਾਲਕਾਂ ਲਈ ਵੱਧ ਤੋਂ ਵੱਧ ਅਪਰਾਧਿਕ ਸਜ਼ਾ ਨੂੰ ਵਧਾ ਕੇ 10 ਸਾਲ ਦੀ ਕੈਦ ਅਤੇ 7.8 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਦਾ जुर्माना लगाया जाएगा ਜਾਂ ਇਸ ਰਕਮ ਤੋਂ 3 ਗੁਣਾ ਵੱਧ जुर्माना लगाया जाएगा। ਇਹ ਕਾਨੂੰਨ ਇੱਕ ਲੂਪ ਹੋਲ ਮਤਲਬ ਖਾਮੀਆਂ ਨੂੰ ਬੰਦ ਕਰ ਦੇਗਾ। ਉਹਨਾਂ ਨੇ ਕਿਹਾ ਕਿ ਜੇਕਰ ਮਾਲਕ ਜਾਣਬੁੱਝ ਕੇ ਕਾਮੇ ਦੀ ਤਨਖਾਹ ਵਿੱਚੋਂ ਪੈਸੇ ਰੋਕਦਾ ਹੈ, ਇਹ ਕੋਈ ਅਪਰਾਧਿਕ ਅਪਰਾਧ ਨਹੀਂ ਹੈ, ਇਹ ਇੱਕ ਸਧਾਰਨ ਕਮੀ ਹੈ। ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇੱਥੇ ਉਦੇਸ਼ ਲੋਕਾਂ ਨੂੰ ਜੇਲ੍ਹ ਭੇਜਣਾ ਨਹੀਂ ਹੈ, ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਸਹੀ ਢੰਗ ਨਾਲ ਭੁਗਤਾਨ ਕੀਤਾ ਜਾਏ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।